ਜਿਵੇਂ ਹੀ ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਆਪਣੀ ਪਕੜ ਮੁੜ ਸਥਾਪਿਤ ਕਰ ਲਈ, ਯੁੱਧ ਪ੍ਰਭਾਵਿਤ ਦੇਸ਼ ਦੇ ਬਸ਼ਿੰਦੇ ਆਪਣਾ ਘਰ-ਬਾਰ ਛੱਡ ਕੇ ਭੱਜਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਵਿਦੇਸ਼ ਮੰਤਰਾਲੇ ਅਨੁਸਾਰ ਪਿਛਲੇ ਹਫ਼ਤੇ ਤੱਕ ਭਾਰਤੀ ਨਾਗਰਿਕਾਂ ਤੋਂ ਇਲਾਵਾ ਕਈ ਅਫਗਾਨ ਸਿੱਖਾਂ ਤੇ ਹਿੰਦੂਆਂ ਸਮੇਤ 550 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਫਗਾਨਿਸਤਾਨ ਅਤੇ ਤਾਲਿਬਾਨ ਦੇ ਕਬਜ਼ੇ ਨੇ ਸਿੱਖਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਅਫਗਾਨਿਸਤਾਨ ਵਿੱਚ ਮਹਿਜ਼ ਹੁਣ ਉਂਗਲਾਂ ਤੇ ਗਿਣਨ ਜੋਗੇ ਹੀ ਸਿੱਖ ਬਚੇ ਨੇ। ਜਿਵੇਂ ਕਿ ਅਫਗਾਨਿਸਤਾਨ ਵਿੱਚ ਸਿੱਖ ਧਰਮ ਦਾ ਯੁੱਗ ਆਪਣੇ ਅੰਤ ਤੇ ਪਹੁੰਚ ਰਿਹਾ ਹੈ, ਤਾਂ ਸਿੱਖ ਭਾਈਚਾਰੇ ਦੇ ਅਫਗਾਨਿਸਤਾਨ ਵਿਚਲੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਕਈ ਰੋਚਕ ਤੱਥ ਸਾਹਮਣੇ ਆਉਂਦੇ ਨੇ। ਇਤਿਹਾਸਕਾਰ ਇੰਦਰਜੀਤ ਸਿੰਘ ਨੇ ਆਪਣੀ 2019 ਦੀ ਰਚਨਾ ਅਫਗਾਨ ਹਿੰਦੂਜ਼ ਐਂਡ ਸਿੱਖਸ ਹਿਸਟਰੀ ਆਫ ਦਾ 1000 ਈਅਰ ਦਾ ਇਤਿਹਾਸ ਵਿੱਚ ਨੋਟ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਚੌਥੀ ਉਦਾਸੀ ਦੇ ਦੌਰਾਨ ਕਾਬੁਲ ਦੀ ਯਾਤਰਾ ਕੀਤੀ ਸੀ। ਵੱਖ-ਵੱਖ ਪ੍ਰਾਚੀਨ ਗ੍ਰੰਥਾਂ ਵਿੱਚ ਪਾਏ ਗਏ ਵੇਰਵੇ ਅਫਗਾਨਿਸਤਾਨ ਵਿੱਚ 16ਵੀਂ ਅਤੇ 18ਵੀਂ ਸਦੀ ਦੇ ਵਿੱਚ ਸਥਾਪਿਤ ਸਿੱਖ ਭਾਈਚਾਰੇ ਦੀ ਹੋਂਦ ਵੱਲ ਇਸ਼ਾਰਾ ਕਰਦੇ ਸਨ। ਮੁਗਲ ਸਮਰਾਟ ਬਾਬਰ, ਜਿਸ ਨੇ 1504 ਵਿੱਚ ਕਾਬੁਲ ਉੱਤੇ ਕਬਜ਼ਾ ਕਰ ਲਿਆ ਸੀ, ਨੇ ਆਪਣੀ ਸਵੈ ਜੀਵਨੀ ਬਾਬਰਨਾਮਾ ਵਿੱਚ ਹਿੰਦੁਸਤਾਨੀ ਆਬਾਦੀ, ਖਾਸ ਕਰਕੇ ਵਪਾਰੀਆਂ ਦੀ ਕਾਬੁਲ ਵਿੱਚ ਮੌਜੂਦਗੀ ਬਾਰੇ ਲਿਖਿਆ, ਜਿਸ ਨੂੰ ਉਸਨੇ ਹਿੰਦੁਸਤਾਨ ਦਾ ਆਪਣਾ ਬਾਜ਼ਾਰ ਕਿਹਾ ਹੈ। ਅਫਗਾਨਿਸਤਾਨ ਵਿੱਚ ਨਾਦਰ ਸ਼ਾਹ ਦੇ ਸ਼ਾਸਨ ਨੂੰ ਦਰਸਾਉਂਦੇ ਹੋਏ ਜਿਸ ਨੇ 1738 ਨੂੰ ਦੇਸ਼ ਦੀ ਸੱਤਾ ਹਥਿਆਈ, ਇੰਦਰਜੀਤ ਸਿੰਘ ਨੇ ਨੋਟ ਕੀਤਾ ਕਿ ਇਸ ਸਮੇਂ ਦੌਰਾਨ ਸਿੱਖ ਇਤਿਹਾਸਕਾਰ ਬਹੁਤ ਸਾਰੇ ਨਾਮ ਅਤੇ ਉਦਾਹਰਨਾਂ ਦਰਜ ਕਰਦੇ ਹਨ ਜਦੋਂ ਕਾਬੁਲ ਤੋਂ ਸਿੱਖ ਪੈਰੋਕਾਰ ਇਸ ਖੇਤਰ ਵਿੱਚ ਆਏ ਸਨ, ਜੋ ਹੁਣ ਪੂਰਬੀ ਪੰਜਾਬ ਵਜੋਂ ਜਾਣੇ ਜਾਂਦੇ ਨੇ। ਤੀਜੇ ਸਿੱਖ ਗੁਰੂ ਅਮਰਦਾਸ ਜੀ ਦੇ ਸਮੇਂ ਰਹੇ ਬਾਵਲ ਕਿਰਪਾਲ ਦਾਸ ਨੇ ਮਹਿਮਾ ਪ੍ਰਕਾਸ਼ ਵਾਰਤਕ ਵਿੱਚ ਕਾਬੁਲ ਵਿੱਚ ਸਿੱਖਾਂ ਦੀ ਮੌਜੂਦਗੀ ਬਾਰੇ ਲਿਖਿਆ ਇੱਕ ਮੁੱਢਲੀ ਸਿੱਖ ਹੈਗੀਓਗ੍ਰਾਫੀ ਜੋ 1741 ਵਿੱਚ ਲਿਖੀ ਗਈ ਸੀ। ਕਾਬੁਲੀ ਵਾਲੀ ਮਾਈ ਨਾਮੇ ਇਸ ਲਿਖਤੀ ਖਰੜੇ ਵਿੱਚ ਉਹਨਾਂ ਨੇ ਪੂਰਬੀ ਪੰਜਾਬ ਵਿੱਚ ਗੁਰੂ ਅਮਰਦਾਸ ਜੀ ਦੁਆਰਾ ਗੋਇੰਦਵਾਲ ਸਾਹਿਬ ਬੌਲੀ ਦੀ ਉਸਾਰੀ ਦੌਰਾਨ ਸੇਵਾ ਨਿਭਾਈ ਸੀ। ਇੰਦਰਜੀਤ ਸਿੰਘ ਦੇ ਅਨੁਸਾਰ ਇੱਕ ਸਿੱਖ ਪ੍ਰਚਾਰਕ ਜਿਸ ਨੇ ਇੱਕ ਮੰਜੀ ਦੀ ਅਗਵਾਈ ਕੀਤੀ ਸੀ, ਉਸ ਦਾ ਵੀ ਇਸ ਵਿੱਚ ਜ਼ਿਕਰ ਮਿਲਦਾ ਹੈ। ਇਸ ਸਮੇਂ ਦੌਰਾਨ ਅਫਗਾਨਿਸਤਾਨ ਵਿੱਚ ਕਈ ਗੁਰਦੁਆਰਿਆਂ ਦੀ ਸਥਾਪਨਾ ਵੀ ਕੀਤੀ ਗਈ। ਸਿੱਖ ਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਉੱਤਰ ਪੱਛਮੀ ਭਾਰਤੀ ਉਪ ਮਹਾਦੀਪ ਉੱਤੇ ਰਾਜ ਕੀਤਾ ਸੀ ਅਤੇ ਅਫਗਾਨ ਖੇਤਰ ਵਿੱਚ ਆਪਣਾ ਕੰਟਰੋਲ ਸਥਾਪਿਤ ਕੀਤਾ। ਥੋੜੇ ਸਮੇਂ ਲਈ ਰਿਹਾ ਸਿੱਖ ਸਮਰਾਜ ਫਿਰ 1849 ਵਿੱਚ ਦੂਜੀ ਸਿੱਖ ਐਂਗਲੋ ਜੰਗ ਤੋਂ ਬਾਅਦ ਅੰਗਰੇਜ਼ਾਂ ਦੇ ਹੱਥੇ ਆ ਗਿਆ ਸੀ। ਇੱਕ ਅਜਿਹੀ ਲੜਾਈ ਜਿਸ ਵਿੱਚ ਸਿੱਖ ਪੱਖ ਨੂੰ ਅਫਗਾਨ ਸਮਰਥਨ ਮਿਲਿਆ ਸੀ। ਇਤਿਹਾਸਕਾਰ ਇੰਦਰਜੀਤ ਸਿੰਘ ਲਿਖਦਾ ਹੈ ਕਿ ਅੰਗਰੇਜ਼ਾਂ ਦੀਆਂ ਜੋਸ਼ੀਲੇ ਪ੍ਰਚਾਰਕ ਮੁਹਿੰਮਾਂ ਦੇ ਬਾਅਦ ਉਪ ਮਹਾਦੀਪ ਵਿੱਚ ਇੱਕ ਧਰਮ ਸਭਾ ਲਹਿਰ ਉੱਭਰ ਕੇ ਧਰਮ ਪਰਿਵਰਤਨ ਗਤੀਵਿਧੀਆਂ ਦੇ ਪ੍ਰਤੀਕਰਮ ਵਜੋਂ ਉੱਭਰੀ ਸੀ, ਜੋ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਅਫਗਾਨਿਸਤਾਨ ਪਹੁੰਚ ਗਈ ਸੀ। ਅੰਦੋਲਨ ਦੇ ਹਿੱਸੇ ਵਜੋਂ ਉੱਗੇ ਸਿੱਖ ਪ੍ਰਚਾਰਕ ਅਕਾਲੀ ਕੌਰ ਸਿੰਘ 1919 ਵਿੱਚ ਅਫਗਾਨਿਸਤਾਨ ਦੇ ਨੰਗਰਾਰਹ ਸੂਬੇ ਵਿੱਚ ਸਿੱਖ ਧਰਮ ਦੇ ਸਿਧਾਂਤ ਦਾ ਪ੍ਰਚਾਰ ਕਰਨ ਲਈ ਪਹੁੰਚੇ ਸਨ। ਉਹਨਾਂ ਦੀ ਅਗਵਾਈ ਵਿੱਚ ਖਾਲਸਾ ਦੀਵਾਨ ਅਫਗਾਨਿਸਤਾਨ ਦੀ ਸਥਾਪਨਾ ਕੀਤੀ ਗਈ, ਜਿਸ ਦਾ ਸਿਹਰਾ ਇਸ ਖੇਤਰ ਵਿੱਚ ਸਿੱਖ ਕਦਰਾਂ ਕੀਮਤਾਂ ਦੇ ਪ੍ਰਚਾਰ ਅਤੇ ਸੰਭਾਲਦਾ ਹੈ। ਅਫਗਾਨਿਸਤਾਨ ਤੋਂ ਸਿੱਖਾਂ ਦੇ ਵੱਡੇ ਪੱਧਰ ਤੇ ਪ੍ਰਸਾਰ ਦੀ ਪਹਿਲੀ ਉਦਾਹਰਣ ਅਮੀਰ ਅਬਦੁਰ ਰਹਿਮਾਨ ਖਾਨ ਦੇ ਰਾਜ ਸਮੇਂ ਆਈ ਸੀ, ਜਦੋਂ ਅਫਗਾਨ ਸਮਾਜ ਦੇ ਕੱਟੜਪੰਥੀ ਜੋਸ਼ੀਵਾਦੀ ਨੇ ਆਦੀਵਾਸੀ ਹਿੰਦੂਆਂ ਅਤੇ ਸਿੱਖਾਂ ਨੂੰ ਪਰੇਸ਼ਾਨ ਕੀਤਾ ਸੀ। ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਆਪਣਾ ਵਤਨ ਛੱਡ ਕੇ ਭਾਰਤ ਵਿੱਚ ਵਸ ਗਏ ਸਨ ਅਤੇ ਪੰਜਾਬ ਦੇ ਪਟਿਆਲਾ ਵਿੱਚ ਇੱਕ ਅਫਗਾਨ ਸਿੱਖ ਭਾਈਚਾਰੇ ਦਾ ਗਠਨ ਕੀਤਾ ਗਿਆ ਸੀ। 1988 ਵਿੱਚ ਜਲਾਲਾਬਾਦ ਦਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਅੱਤਵਾਦੀ ਹਮਲੇ ਦਾ ਨਿਸ਼ਾਨਾ ਰਿਹਾ ਹੈ, ਜਿਸ ਵਿੱਚ 13 ਸਿੱਖ ਮਾਰੇ ਗਏ ਸਨ। ਇੰਦਰਜੀਤ ਸਿੰਘ ਦੇ ਅਨੁਸਾਰ ਜਲਾਲਾਬਾਦ ਵਿੱਚ ਮੁਜਾਹਿਦੀਨ ਦੇ ਹਮਲੇ ਦੌਰਾਨ ਅਗਲੇ ਸਾਲਾਂ ਵਿੱਚ 100 ਤੋਂ ਵੱਧ ਸਿੱਖ ਮਾਰੇ ਗਏ। 1992 ਵਿੱਚ ਜਦੋਂ ਮੁਜਾਹਿਦੀਨ ਨੇ ਕਾਬੁਲ ਉੱਤੇ ਕਬਜ਼ਾ ਕਰ ਲਿਆ, ਸਮੂਹ ਨੇ ਸ਼ਹਿਰ ਦੇ ਸਭ ਤੋਂ ਵੱਡੇ ਗੁਰਦੁਆਰਾ ਕਾਰਤਰੇ ਪ੍ਰਵਾਨ ਦੀ ਬੇਅਦਬੀ ਕੀਤੀ। ਸਿੱਖ ਨੇ ਰਿਪੋਰਟ ਦਿੱਤੀ ਕਿ 1992 ਵਿੱਚ ਲਗਭਗ 65,000 ਹਿੰਦੂ ਅਤੇ ਸਿੱਖ ਅਫਗਾਨਿਸਤਾਨ ਛੱਡ ਕੇ ਭਾਰਤ ਆ ਗਏ ਸਨ। 1996 ਵਿੱਚ ਤਾਲਿਬਾਨ ਦੇ ਆਉਣ ਦੇ ਨਾਲ ਸਥਿਤੀ ਹੋਰ ਵਿਗੜ ਗਈ। ਵਿਭਿੰਨਤਾ ਦੀ ਸਹਿਣਸ਼ੀਲਤਾ, ਜੋ ਹੁਣ ਤੱਕ ਅਫਗਾਨ ਇਸਲਾਮ ਦੀ ਅਜਿਹੀ ਵਿਸ਼ੇਸ਼ਤਾ ਰਹੀ, ਤਾਲਿਬਾਨ ਦੁਆਰਾ ਉਤਸ਼ਾਹਿਤ ਕੀਤੇ ਗਏ ਕੱਟੜਪੰਥੀ ਜਿਹਾਦੀ ਅਤੇ ਕੱਟੜਪੰਥੀ ਰਵੱਈਏ ਦੇ ਸਾਹਮਣੇ ਤੇਜ਼ੀ ਨਾਲ ਸੁੱਕਣ ਲੱਗੀ ਸੀ। 1980 ਦੇ ਦਹਾਕੇ ਦੇ ਆਖਿਰ ਵਿੱਚ ਅਫਗਾਨਿਸਤਾਨ ਵਿੱਚ ਤਕਰੀਬਨ 5 ਲੱਖ ਸਿੱਖ ਖਿੰਡੇ ਹੋਏ ਸਨ, ਜਿਨ੍ਹਾਂ ਵਿੱਚ ਬਹੁਤ ਸਾਰੇ ਸਿੱਖ ਪੀੜ੍ਹੀਆਂ ਤੋਂ ਉੱਥੇ ਵਸੇ ਹੋਏ ਸਨ। ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ UNHCR ਦੇ ਪੇਪਰ ਦੇ ਅਨੁਸਾਰ 2005 ਤੱਕ ਹਿੰਦੂ ਅਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਲਗਭਗ 3700 ਵਿਅਕਤੀ ਰਹਿ ਰਹੇ ਸਨ, ਜੋ ਹੌਲੀ-ਹੌਲੀ ਘਟਦੀ ਗਈ ਤੇ ਹੁਣ ਤਾਲਿਬਾਨ ਦੀ ਵਾਪਸੀ ਨੇ ਮੁੜ ਅਫਗਾਨਿਸਤਾਨ 'ਚੋਂ ਸਿੱਖ ਭਾਈਚਾਰਾ ਪਤਨ ਦੇ ਮੁਕਾਮ ਦੇ ਉੱਪਰ ਹੈ।
ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।